ਹਾਂਜੀ, ਆਪ ਸਭ ਦਾ ਸਵਾਗਤ ਹੈ ਸਾਡੇ ਇਸ YouTube ਚੈਨਲ ਦੇ ਉੱਪਰ। ਅੱਜ ਅਸੀਂ ਰਾਜ ਸਭਾ ਦਾ ਸਾਰਾ ਚੈਪਟਰ ਕੰਪਲੀਟ ਕਰਾਂਗੇ। ਇਸ ਤੋਂ ਪਹਿਲਾਂ ਅਸੀਂ ਲੋਕ ਸਭਾ ਦਾ ਜਿਹੜਾ ਚੈਪਟਰ ਸੀ ਉਹ ਕੰਪਲੀਟ ਕਰ ਦਿੱਤਾ ਗਿਆ ਹੈਗਾ, ਤੇ ਤੁਸੀਂ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਤੁਸੀਂ ਲੋਕ ਸਭਾ ਦਾ ਚੈਪਟਰ ਜਿਹੜਾ ਤੁਸੀਂ ਦੇਖ ਸਕਦੇ ਹੋ। ਤਾਂ ਅੱਜ ਅਸੀਂ ਸ਼ੁਰੂ ਕਰਦੇ ਹਾਂ ਰਾਜ ਸਭਾ ਦਾ ਜਿਹੜਾ ਚੈਪਟਰ ਜਿਹੜਾ, ਠੀਕ ਹੈ ਜੀ, ਦੂਸਰਾ ਚੈਪਟਰ। ਇਸ ਵਿੱਚ ਅਸੀਂ ਰਾਜ ਸਭਾ ਦੇ ਨਾਲ ਜਿੰਨੇ ਵੀ ਕੁਐਸਚਨ ਜਿਹੜੇ ਹੈਗੇ ਆ ਰਿਲੇਟਡ ਐਗਜ਼ਾਮ ਦੇ ਨਾਲ, ਉਹ ਸਾਰੇ ਕਵਰ ਕਰਾਂਗੇ। ਤਾਂ ਸਭ ਤੋਂ ਪਹਿਲਾਂ ਰਾਜ ਸਭਾ ਨੂੰ ਉੱਪਰਲਾ ਸਦਨ ਕਹਿੰਦੇ ਹੈਗੇ ਆ। ਅਸੀਂ ਰਾਜ ਸਭਾ ਤੇ ਲੋਕ ਸਭਾ ਨੂੰ ਕੋਰਿਲੇਟ ਕਰਦੇ ਚੱਲਾਂਗੇ, ਠੀਕ ਹੈ ਜੀ, ਜਿਸ ਨਾਲ ਤੁਹਾਨੂੰ ਰਾਜ ਸਭਾ ਤੇ ਲੋਕ ਸਭਾ ਵਿੱਚ ਇੱਕ ਡਿਫਰੈਂਸ ਕੱਢਣਾ ਜਿਹੜਾ ਤੁਹਾਨੂੰ ਆ ਜਾਵੇਗਾ, ਠੀਕ ਹੈ ਜੀ, ਕਿ ਤੁਸੀਂ ਜਲਦੀ ਸਮਝ ਸਕੋਗੇ ਲੋਕ ਸਭਾ ਤੇ ਰਾਜ ਸਭਾ ਦੇ ਬਾਰੇ, ਠੀਕ ਹੈ ਜੀ। ਤਾਂ ਲੋਕ ਸਭਾ ਨੂੰ ਕਹਿੰਦੇ ਆ ਹੇਠਲਾ ਸਦਨ ਤੇ ਰਾਜ ਸਭਾ ਨੂੰ ਉੱਪਰਲਾ ਸਦਨ, ਠੀਕ ਹੈ ਜੀ। ਇਸ ਦਾ ਕਾਰਜਕਾਲ 6 ਸਾਲ ਦਾ ਹੁੰਦਾ ਹੈਗਾ, ਲੋਕ ਸਭਾ ਦਾ 5 ਸਾਲ ਦਾ ਸੀ, ਠੀਕ ਹੈ ਜੀ। ਤਾਂ ਇਸ ਦੇ ਜਿਹੜਾ ਚੇਅਰਮੈਨ ਲੋਕ ਆਪਣੇ ਰਾਜ ਸਭਾ ਦਾ ਚੇਅਰਮੈਨ ਹੁੰਦਾ ਹੈਗਾ, ਉਹ ਦੋ ਅਹੁਦਿਆਂ ਤੇ ਕੰਮ ਕਰਦਾ ਹੈ, ਇੱਕ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਉਪ ਰਾਸ਼ਟਰਪਤੀ ਦੇ ਅਹੁਦੇ ਤੇ, ਇੱਕ ਚੇਅਰਮੈਨ ਦੇ ਅਹੁਦੇ ਤੇ, ਠੀਕ ਹੈ ਜੀ। ਤਾਂ ਜਿਹੜੇ ਆਪਣੇ ਚੇਅਰਮੈਨ ਹੈਗੇ ਆ ਉਹਨਾਂ ਦਾ ਨਾਮ ਹੈਗਾ ਵੈਂਕਈਆ ਨਾਇਡੂ ਜੀ, ਠੀਕ ਹੈ ਜੀ। ਤੇ ਸਾਡੇ ਡਿਪਟੀ ਚੇਅਰਮੈਨ ਹੈਗੇ ਜਿਹੜੀ ਉਪ ਸਭਾਪਤੀ ਜਿਹਨੂੰ ਕਹਿੰਦੇ ਹੈਗੇ ਆ, ਉਹਦਾ ਨਾਮ ਹੈਗਾ ਜੀ ਹਰੀਵੰਸ਼ ਨਾਰਾਇਣ ਸਿੰਘ ਜੀ, ਠੀਕ ਹੈ ਜੀ। ਤਾਂ ਰਾਜ ਸਭਾ ਦੇ ਵਿੱਚ ਕੁੱਲ 245 ਮੈਂਬਰ ਹੁੰਦੇ ਹੈਗੇ ਆ, ਜਿਹਦੇ ਵਿੱਚ ਰਾਜਾਂ ਦੁਆਰਾ ਜਿਹੜੇ ਲਏ ਗਏ ਆ 233 ਮੈਂਬਰ, ਜਿਹਦੇ ਵਿੱਚ ਸੰਘਾਤਮਕ ਖੇਤਰ ਦੇ ਵਿੱਚ ਵੀ ਆ ਜਾਂਦੇ, ਜਿਹੜੇ ਸੰਘਾਤਮਕ ਖੇਤਰ ਜਿਹੜੇ ਦਿੱਲੀ, ਅੰਡੇਮਾਨ ਨਿਕੋਬਾਰ ਵਗੈਰਾ, ਠੀਕ ਹੈ ਜੀ, ਚੰਡੀਗੜ੍ਹ। ਤੇ ਕੁੱਲ ਮੈਂਬਰ 245, ਤੇ ਜਿਹੜੇ 233 ਮੈਂਬਰ ਜਿਹੜੇ ਰਾਜਾਂ ਦੁਆਰਾ, ਤੇ ਯੂਨੀਅਨ ਟੈਰੀਟਰੀ ਦੁਆਰਾ, ਤੇ ਰਾਸ਼ਟਰਪਤੀ ਦੁਆਰਾ ਜਿਹੜੇ ਮੈਂਬਰ 12, ਠੀਕ ਹੈ ਜੀ। ਰਾਸ਼ਟਰਪਤੀ ਜਿਹੜੇ 12 ਮੈਂਬਰ ਨਾਮਜ਼ਦ ਕਰ ਸਕਦਾ ਹੈ। ਉਹ ਮੈਂਬਰ ਜਿਹੜੇ ਕਿਸੇ ਸਾਹਿਤ ਖੇਤਰ ਵਿੱਚ, ਕਿਸੇ ਰਿਸਰਚ ਵਿੱਚ ਹਨ, ਠੀਕ ਹੈ ਜੀ, ਉਹ ਕਿਸੇ ਕੋਈ ਚੰਗਾ ਮੁਕਾਮ ਹਾਸਿਲ ਕਰਦੇ ਹੈਗੇ ਆ, ਉਸ ਨੂੰ ਰਾਸ਼ਟਰਪਤੀ ਉਹਨਾਂ ਮੈਂਬਰਾਂ ਨੂੰ ਆਪਣੇ ਰਾਜ ਸਭਾ ਦੇ ਵਿੱਚ ਨਾਮਜ਼ਦ ਕਰ ਸਕਦਾ, ਠੀਕ ਹੈ ਜੀ। ਤਾਂ ਇਹ 12 ਮੈਂਬਰ ਨਾਮਜ਼ਦ ਕਰ ਸਕਦਾ ਹੈਗਾ ਰਾਸ਼ਟਰਪਤੀ। ਤਾਂ ਜਿਹੜੀ ਲਾਸਟ ਇਲੈਕਸ਼ਨ ਹੋਈ ਸੀਗੀ 19 ਜੂਨ 2020 ਵਿੱਚ ਹੋਈ ਸੀ, ਠੀਕ ਹੈ ਜੀ। ਤੇ ਜਿਹੜੇ ਨੈਕਸਟ ਇਲੈਕਸ਼ਨ ਹੋਣੇ ਆ ਉਹ ਨਵੰਬਰ 2020 ਵਿੱਚ, ਠੀਕ ਹੈ ਜੀ। ਤਾਂ ਰਾਜ ਸਭਾ ਦੇ 1/3 ਮੈਂਬਰ ਤੁਹਾਨੂੰ ਦੱਸਿਆ ਸੀਗਾ ਹਰੇਕ 2 ਸਾਲਾਂ ਬਾਅਦ ਰਿਟਾਇਰ ਹੋ ਜਾਂਦੇ ਹੈਗੇ ਆ, ਕਿ ਇਸ ਦਾ ਕਾਰਜਕਾਲ ਵੈਸੇ ਤਾਂ 6 ਸਾਲ ਦਾ ਹੁੰਦਾ ਹੈਗਾ, ਤੇ ਪਰ ਇਸ ਦੇ ਜਿਹੜੇ 1/3 ਮੈਂਬਰ 2 ਸਾਲਾਂ ਬਾਅਦ ਰਿਟਾਇਰ ਹੋ ਜਾਂਦੇ ਹੈਗੇ, ਠੀਕ ਹੈ ਜੀ। ਤਾਂ ਅਗਰ ਅਸੀਂ ਇਹਦੇ ਵਿੱਚ ਉਮਰ ਦੀ ਗੱਲ ਕਰੀਏ ਤਾਂ ਸੰਸਦ ਵਿੱਚ ਰਾਜ ਸਭਾ ਦਾ ਜਿਹੜਾ ਮੈਂਬਰ ਦਾ ਕਾਰਜਕਾਲ ਜਿਹੜਾ ਉਮਰ ਹੁੰਦੀ ਹੈਗੀ, ਠੀਕ ਹੈ ਜੀ, ਉਹ ਹੁੰਦੀ ਹੈ 30 ਸਾਲ, ਠੀਕ ਹੈ ਜੀ। ਤੇ ਲੋਕ ਸਭਾ ਦੀ 25 ਸਾਲ ਤੇ ਰਾਸ਼ਟਰਪਤੀ ਦੀ 35 ਸਾਲ। ਇਹ ਤੁਹਾਨੂੰ ਇਸ ਡਾਇਗਰਾਮ ਤੋਂ ਤੁਹਾਨੂੰ ਪਤਾ ਲੱਗ ਜਾਵੇਗਾ, ਠੀਕ ਹੈ ਜੀ। ਇਸ ਤੁਸੀਂ ਲਾਈਨ ਬਾਰੇ ਯਾਦ ਕਰ ਲੈਣਾ ਹੈਗਾ, ਕਿ ਜਿਹਦੇ ਵਿੱਚ ਲੋਕ ਸਭਾ ਦੇ 25 ਸਾਲ, ਇੱਧਰ ਰਾਜ ਸਭਾ ਦੇ 30 ਸਾਲ, ਤੇ ਰਾਸ਼ਟਰਪਤੀ ਦਾ 35 ਸਾਲ ਦੀ ਉਮਰ ਕੁਆਲੀਫਿਕੇਸ਼ਨ ਜਿਹੜੀ ਹੋਣੀ ਚਾਹੀਦੀ ਹੈਗੀ ਆ 30 ਸਾਲ, ਠੀਕ ਹੈ ਜੀ, ਰਾਜ ਸਭਾ ਦੇ ਲਈ, ਠੀਕ ਹੈ ਜੀ। ਇਸ ਤੋਂ ਅੱਗੇ ਅਸੀਂ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਕੁਆਲੀਫਿਕੇਸ਼ਨ ਲੋਕ ਸਭਾ ਦੇ ਵਾਂਗ ਹੀ ਰਾਜ ਸਭਾ ਦੇ ਲਈ ਕੁਆਲੀਫਿਕੇਸ਼ਨ ਵੀ ਉਹੀ ਰਹਿੰਦੀ ਹੈਗੀ ਆ, ਜਿਵੇਂ ਉਹ ਵੀ ਏ ਸਿਟੀਜ਼ਨ ਆਫ ਇੰਡੀਆ, ਉਹ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਹੈਗਾ, ਉਸ ਦੀ ਉਮਰ 30 ਸਾਲ ਹੋਣੀ ਚਾਹੀਦੀ ਹੈਗੀ ਆ, ਵੀ ਇਲੈਕਟਡ ਬਾਈ ਦਾ ਲੈਜਿਸਲੇਟਿਵ ਅਸੈਂਬਲੀ, ਉਹ ਲੋਕ ਸਭਾ ਦੁਆਰਾ ਆਪਣੇ ਲੈਜਿਸਲੇਟਿਵ ਅਸੈਂਬਲੀ ਪਾਰਲੀਮੈਂਟ ਵਿੱਚ ਜਿਹੜਾ ਲੈਜਿਸਲੇਟਿਵ ਅਸੈਂਬਲੀ ਵਿੱਚ ਚੁਣਿਆ ਹੋਣਾ ਚਾਹੀਦਾ, ਉਸ ਦੇ ਉੱਪਰ ਕੋਈ ਕ੍ਰਿਮੀਨਲ ਐਕਟੀਵਿਟੀ ਨਹੀਂ ਹੋਣੀ ਚਾਹੀਦੀ, ਠੀਕ ਹੈ ਜੀ। ਨਾਟ ਬੀ ਅਨਸਾਊਂਡ ਮਾਈਂਡ, ਉਹ ਪਾਗਲ ਜਾਂ ਦਿਵਾਲੀਆ ਨਹੀਂ ਹੋਣਾ ਚਾਹੀਦਾ, ਤੇ ਉਸ ਦੇ ਉੱਪਰ ਕੋਈ ਵੀ ਲਾਭ ਪਦ ਤੇ ਨਾ ਹੋਵੇ, ਉਹ ਆਪਣੇ ਅਹੁਦੇ ਤੋਂ ਇਲਾਵਾ ਹੋਰ ਕਿਸੇ ਵੀ ਸਰਕਾਰੀ ਅਹੁਦੇ ਤੇ ਨਹੀਂ ਹੋਣਾ ਚਾਹੀਦਾ, ਠੀਕ ਹੈ ਜੀ। ਤੇ ਇਸ ਤੋਂ ਇਲਾਵਾ ਸੰਸਦ ਦਾ ਮੈਂਬਰ ਬਣਨ ਦੇ ਲਈ ਸੰਸਦ ਨੇ ਜਿਹੜੀਆਂ ਵੀ ਆਪਣੀਆਂ ਕੁਆਲੀਫਿਕੇਸ਼ਨ ਨਿਰਧਾਰਿਤ ਕੀਤੀਆਂ ਹੈਗੀਆਂ, ਉਹਨਾਂ ਸਭ ਨੂੰ ਸ਼ਰਤਾਂ ਨੂੰ ਪੂਰੀਆਂ ਕਰਦਾ ਹੋਵੇ, ਠੀਕ ਹੈ ਜੀ। ਇਹ ਸਾਰੀਆਂ ਕੁਆਲੀਫਿਕੇਸ਼ਨ ਨੂੰ ਪੂਰੀਆਂ ਕਰਦਾ ਹੋਣਾ ਚਾਹੀਦਾ ਰਾਜ ਸਭਾ ਦਾ ਮੈਂਬਰ ਬਣਨ ਦੇ ਲਈ, ਠੀਕ ਹੈ ਜੀ।
ਇਸ ਤੋਂ ਅੱਗੇ ਲਿਮਿਟੇਸ਼ਨ 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 ਵਿੱਚ ਜੀ ਕਿ ਰਾਜ ਸਭਾ ਦੇ ਵਿੱਚ ਥੋੜ੍ਹੀਆਂ ਜਿਹੀਆਂ ਲਿਮਿਟੇਸ਼ਨ ਹੈਗੀਆਂ ਇਹਦੇ ਵਿੱਚ ਕਿ ਜਿਵੇਂ ਉਹਦੇ ਕੋਲ ਜ਼ਿਆਦਾ ਅਗਰ ਅਸੀਂ ਰਾਜ ਸਭਾ ਨੂੰ ਲੋਕ ਸਭਾ ਦੇ ਨਾਲ ਦੇਖੀਏ ਮਿਲਾ ਕੇ ਤਾਂ ਲੋਕ ਸਭਾ ਦੇ ਕੋਲ ਜ਼ਿਆਦਾ ਸ਼ਕਤੀਆਂ ਹੈਗੀਆਂ ਰਾਜ ਸਭਾ ਦੇ ਨਾਲ, ਠੀਕ ਹੈ ਜੀ। ਜਿਵੇਂ ਜਿਵੇਂ ਲਿਮਿਟੇਸ਼ਨ ਦੇ ਵਿੱਚ ਜਿਹੜੇ ਮਨੀ ਬਿੱਲ ਹੁੰਦੇ ਹੈਗੇ ਆ ਉਹ ਸਿੱਧੇ ਲੋਕ ਸਭਾ ਦੇ ਵਿੱਚ ਪਾਸ ਹੁੰਦੇ ਹੈ ਪਹਿਲਾਂ, ਕੇਵਲ ਲੋਕ ਸਭਾ ਦੇ ਵਿੱਚ, ਰਾਜ ਸਭਾ ਦੇ ਵਿੱਚ ਨਹੀਂ ਹੁੰਦੇ, ਤਾਂ ਇਹ ਇੱਕ ਲਿਮਿਟੇਸ਼ਨ ਹੋ ਗਈ ਰਾਜ ਸਭਾ ਦੀ, ਠੀਕ ਹੈ ਜੀ। ਤੇ ਜੁਆਇੰਟ ਸਿਟਿੰਗ ਆਫ ਦਾ ਪਾਰਲੀਮੈਂਟ, ਇਸ ਵਿੱਚ ਕਿ ਜਦੋਂ ਕਿਸੇ ਵਿਸ਼ੇ ਦੇ ਉੱਪਰ, ਕਿਸੇ ਮੁੱਦੇ ਦੇ ਉੱਪਰ ਕਿਸੇ ਵਿਚਾਰ ਜਦੋਂ ਰਾਜ ਸਭਾ ਅਤੇ ਲੋਕ ਸਭਾ ਦੇ ਵਿੱਚ ਬਹਿਸ ਹੁੰਦੀ ਹੈਗੀ ਤਾਂ ਇੱਕ ਰਾਸ਼ਟਰਪਤੀ ਇੱਕ ਜੁਆਇੰਟ ਜਿਹੜਾ ਸਦਨ ਬੁਲਾਉਂਦਾ ਹੈਗਾ ਜਿਹਦੇ ਵਿੱਚ ਲੋਕ ਸਭਾ ਦੇ ਮੈਂਬਰ ਵੀ ਸ਼ਾਮਲ ਹੁੰਦੇ ਹੈਗੇ ਆ ਅਤੇ ਰਾਜ ਸਭਾ ਦੇ ਵਿੱਚ ਵੀ, ਰਾਜ ਸਭਾ ਦੇ ਵੀ, ਠੀਕ ਹੈ ਜੀ। ਅਤੇ ਇਸ ਵਿੱਚ ਪਰ ਲੋਕ ਸਭਾ ਨੂੰ ਬਹੁਮਤ ਮਿਲਿਆ ਹੁੰਦਾ ਹੈਗਾ, ਇਸ ਕਰਕੇ ਜਿਹੜਾ ਫੈਸਲਾ ਜਿਹੜਾ ਲੋਕ ਸਭਾ ਦੇ ਹੱਕ ਵਿੱਚ ਹੁੰਦਾ ਹੈਗਾ ਹਮੇਸ਼ਾ, ਇਸ ਕਰਕੇ ਇਹ ਵੀ ਇੱਕ ਲਿਮਿਟੇਸ਼ਨ ਹੈ ਇਹਦੀ ਰਾਜ ਸਭਾ ਦੀ, ਠੀਕ ਹੈ ਜੀ। ਇਹ ਦੋ ਲਿਮਿਟੇਸ਼ਨਾਂ, ਇਸ ਤੋਂ ਇਲਾਵਾ ਰਾਜ ਸਭਾ ਅਤੇ ਲੋਕ ਸਭਾ ਨੂੰ ਹੋਰ ਸ਼ਕਤੀਆਂ ਜਿਹੜੀਆਂ ਹੈਗੀਆਂ ਉਹ ਸਭ ਬਰਾਬਰ ਹੈਗੀਆਂ, ਪਰ ਇਹ ਦੋ ਲਿਮਿਟੇਸ਼ਨ ਹੈਗੀਆਂ ਰਾਜ ਸਭਾ ਦੇ ਲਈ, ਠੀਕ ਹੈ ਜੀ। ਇੱਕ ਤਾਂ ਉਹ ਮਨੀ ਬਿੱਲ ਵਿੱਚ ਉਸਨੂੰ ਲੋਕ ਸਭਾ ਦੁਆਰਾ ਜਿਹੜਾ ਵੀ ਮਤਾ ਪਾਸ ਕੀਤਾ ਹੈ ਤਾਂ ਉਸਨੂੰ ਮੰਨਣਾ ਪੈਂਦਾ ਹੈਗਾ, ਅਤੇ ਇੱਕ, ਠੀਕ ਹੈ ਜੀ, ਇੱਕ ਜਿਹੜਾ ਜੁਆਇੰਟ ਸਿਸਟਮ ਵਿੱਚ ਵੀ ਜਿਹੜਾ ਵੀ ਉਹ ਲੋਕ ਸਭਾ ਮਤਾ ਪਾਸ ਕਰੇਗੀ ਉਹਦੇ ਵਿੱਚ ਵੀ ਲੋਕ ਸਭਾ ਨੂੰ ਜ਼ਿਆਦਾ ਸ਼ਕਤੀ ਪ੍ਰਾਪਤ ਹੈਗੀ ਹੈ, ਠੀਕ ਹੈ ਜੀ। ਤਾਂ ਹੁਣ ਅੱਗੇ ਚੱਲਦੇ ਹਾਂ, ਠੀਕ ਹੈ ਜੀ। ਹੋਰ ਕਿਹੜੀਆਂ ਕਿਹੜੀਆਂ ਸ਼ਕਤੀਆਂ ਹੈਗੀਆਂ ਇਹਦੇ ਵਿੱਚ ਪਾਵਰ, ਇਸ ਤੋਂ ਇਲਾਵਾ ਰਾਜ ਸਭਾ ਦੇ ਮੈਂਬਰਾਂ ਨੂੰ ਲੈਗਿਸਲੇਟਿਵ ਪਾਵਰ ਜਾਂ ਕਾਨੂੰਨ ਬਣਾਉਣ ਦੀਆਂ ਜਿਹੜੀ ਸ਼ਕਤੀਆਂ ਵੀ ਮਿਲੀਆਂ ਹੋਈਆਂ ਹੈਗੀਆਂ, ਕਿ ਜਿਵੇਂ ਉਹ ਕੋਈ ਵੀ ਕਾਨੂੰਨ ਬਣਾਉਣ ਦੇ ਵਿੱਚ ਲੋਕ ਸਭਾ ਦਾ ਵੀ ਉਹਨੇ ਹੀ ਆਪਣਾ ਮਤਾ ਪਾਸ ਹੋਵੇਗਾ ਅਤੇ ਨਾਲੇ ਰਾਜ ਸਭਾ ਤੋਂ ਮਤਾ ਪਾਸ ਹੋਣਾ ਪਵੇਗਾ ਅਤੇ ਨਾਲੇ ਲੋਕ ਸਭਾ ਤੋਂ, ਠੀਕ ਹੈ ਜੀ। ਤਾਂ ਇਹ ਕਾਨੂੰਨ ਬਣਾਉਣ ਦੀ ਸ਼ਕਤੀ ਦੋਵਾਂ ਦੀ ਬਰਾਬਰ ਹੈਗੀ ਆ। ਇਸ ਤੋਂ ਅਗਲੀ ਹੈਗੀ ਹੈ ਫਾਈਨੈਂਸ਼ੀਅਲ ਪਾਵਰ। ਇਹ ਤੁਹਾਨੂੰ ਦੱਸਦਾ ਹੈਗਾ ਕਿ ਫਾਈਨੈਂਸ਼ੀਅਲ ਜਾਂ ਵਿੱਤੀ ਸ਼ਕਤੀਆਂ ਹੈਗੀਆਂ ਉਹ ਰਾਜ ਸਭਾ ਕੋਲ ਘੱਟ ਹੈਗੀਆਂ, ਠੀਕ ਹੈ ਜੀ। ਕਿਉਂਕਿ ਰਾਜ ਸਭਾ 14 ਦਿਨਾਂ ਦੇ ਅੰਦਰ ਅੰਦਰ ਜੇਕਰ ਉਹ ਬਿੱਲ ਪਾਸ ਕਰ ਦਿੰਦੀ ਹੈਗੀ ਆ ਤਾਂ ਠੀਕ ਹੈ, ਨਹੀਂ ਤਾਂ ਆਟੋਮੈਟਿਕਲੀ ਉਹ ਰਾਜ ਸਭਾ ਦੇ ਵੱਲੋਂ ਪਾਸ ਹੋਇਆ ਸਮਝਿਆ ਜਾਵੇਗਾ, ਠੀਕ ਹੈ ਜੀ। ਜੇ 14 ਦਿਨਾਂ ਦੇ ਉੱਪਰ ਅੰਦਰ ਜੇਕਰ ਰਾਜ ਸਭਾ ਸਾਈਨ ਕਰ ਦਿੰਦੀ ਹੈਗੀ ਆ ਤਾਂ ਠੀਕ ਆ, ਨਹੀਂ ਤਾਂ 14 ਦਿਨਾਂ ਤੋਂ ਬਾਅਦ ਉਹ ਰਾਜ ਸਭਾ ਦੁਆਰਾ ਪਾਸ ਹੋਇਆ ਸਮਝਿਆ ਜਾਵੇਗਾ, ਠੀਕ ਹੈ ਜੀ, ਉਹ ਬਿੱਲ। ਇਸ ਤੋਂ ਅਗਲਾ ਹੈਗਾ ਐਗਜ਼ੀਕਿਊਟਿਵ ਪਾਵਰ। ਇਸ ਵਿੱਚ ਜਿਹੜੇ ਰਾਜ ਸਭਾ ਦੇ ਮੈਂਬਰ ਹੁੰਦੇ ਹੈਗੇ ਆ ਉਹ ਬੇਭਰੋਸਗੀ ਦਾ ਮਤਾ ਵੀ ਪਾਸ ਕਰ ਸਕਦੇ ਹੈਗੇ, ਠੀਕ ਹੈ ਜੀ। ਅਤੇ ਇਸ ਤੋਂ ਇਲਾਵਾ ਪ੍ਰਸ਼ਨ ਪੁੱਛ ਸਕਦੇ ਹੈਗੇ ਆ, ਆਲੋਚਨਾ ਕਰ ਸਕਦੇ ਹੈਗੇ ਆ, ਅਤੇ ਸਥਗਿਤ ਪ੍ਰਸਤਾਵ ਪਾਸ ਕਰ ਸਕਦੇ ਹੈਗੇ ਆ, ਪਰ ਉਹ ਕਿਸੇ ਨੂੰ ਅਹੁਦੇ ਤੋਂ ਹਟਾ ਨਹੀਂ ਸਕਦੇ ਕਿਉਂਕਿ ਇਹ ਜਿਹੜੀ ਸ਼ਕਤੀ ਹੈਗੀ ਆ ਉਹ ਲੋਕ ਸਭਾ ਦੇ ਉੱਪਰ ਹੀ ਡਿਪੈਂਡ ਹੈਗੀ, ਠੀਕ ਹੈ ਜੀ। ਉਹ ਲੋਕ ਸਭਾ ਦੇ ਪਹਿਲਾਂ ਲੋਕ ਸਭਾ ਕੋਈ ਕਿਸੇ ਅਹੁਦੇ ਤੋਂ ਹਟਾਉਣ ਦਾ ਪ੍ਰਸਤਾਵ ਪਾਸ ਕਰੇਗੀ, ਫਿਰ ਵੀ ਰਾਜ ਸਭਾ ਦੇ ਵਿੱਚ ਉਹ ਬਿੱਲ ਪਾਸ ਹੋਵੇਗਾ, ਠੀਕ ਹੈ ਜੀ। ਇਸ ਤੋਂ ਇਲਾਵਾ ਅਮੈਂਡਮੈਂਟ ਪਾਵਰ ਜਿਹੜੀਆਂ ਹੈਗੀਆਂ ਸੋਧ ਕਰਨ ਦੀਆਂ, ਕਿ ਸੰਵਿਧਾਨ ਵਿੱਚ ਸੋਧ ਕਰਨ ਦੀ ਸ਼ਕਤੀ ਵੀ ਲੋਕ ਸਭਾ ਅਤੇ ਰਾਜ ਸਭਾ ਨੂੰ ਦੋਵਾਂ ਨੂੰ ਬਰਾਬਰ ਹੈਗੀ ਹੈ, ਠੀਕ ਹੈ ਜੀ। ਅਤੇ ਇਸ ਤੋਂ ਅਗਲਾ ਹੈਗਾ ਇਲੈਕਟੋਰਲ ਪਾਵਰ। ਇਸ ਵਿੱਚ ਵੀ ਲੋਕ ਸਭਾ ਅਤੇ ਰਾਜ ਸਭਾ ਨੂੰ ਬਰਾਬਰ ਦੀਆਂ ਸ਼ਕਤੀਆਂ ਮਿਲੀਆਂ ਹੈਗੀਆਂ, ਜਿਹਦੇ ਵਿੱਚ ਰਾਸ਼ਟਰਪਤੀ ਦੀ ਚੋਣ ਵਿੱਚ ਵੀ ਲੋਕ ਸਭਾ ਦੇ ਮੈਂਬਰ ਵੀ ਹਿੱਸਾ ਲੈਂਦੇ ਆ ਅਤੇ ਰਾਜ ਸਭਾ ਦੇ ਮੈਂਬਰ ਵੀ। ਇਸ ਤੋਂ ਇਲਾਵਾ ਉਪ ਰਾਸ਼ਟਰਪਤੀ ਦੀ ਚੋਣ ਵਿੱਚ ਵੀ ਜਿਹੜੇ ਰਾਜ ਸਭਾ ਦੇ ਮੈਂਬਰ ਹਿੱਸਾ ਲੈਂਦੇ ਹੈਗੇ ਆ। ਇਸ ਤੋਂ ਅਗਾਂਹ ਹੈਗਾ ਜੁਡੀਸ਼ੀਅਲ ਪਾਵਰ ਜਿਹੜੀਆਂ ਹੈਗੀਆਂ, ਠੀਕ ਹੈ ਜੀ। ਅਤੇ ਇਹਦੇ ਵਿੱਚ ਹੈਗਾ ਕਿ ਰਾਸ਼ਟਰਪਤੀ ਨੂੰ ਹਟਾਉਣ ਦਾ ਮਤਾ ਪਾਸ ਕਰ ਸਕਦੇ ਹੈਗੇ, ਠੀਕ ਹੈ ਜੀ, ਕਿ ਰਾਜ ਸਭਾ ਦੇ ਮੈਂਬਰ ਰਾਸ਼ਟਰਪਤੀ ਨੂੰ ਹਟਾਉਣ ਦਾ ਜਿਹੜਾ ਇਕੱਲਾ ਮਤਾ ਪਾਸ ਕਰ ਸਕਦੇ ਹੈਗੇ ਆ। ਅਤੇ ਇਸ ਤੋਂ ਇਲਾਵਾ ਸੁਪਰੀਮ ਕੋਰਟ ਦੇ ਜੱਜ ਨੂੰ ਵੀ ਹਟਾ ਸਕਦੇ ਹੈਗੇ ਆ। ਅਤੇ ਉਪ ਰਾਸ਼ਟਰਪਤੀ ਦੇ ਉੱਪਰ ਇਲਜ਼ਾਮ ਸਿਰਫ ਰਾਜ ਸਭਾ ਦੇ ਵਿੱਚ ਪੇਸ਼ ਹੁੰਦਾ, ਠੀਕ ਹੈ ਜੀ। ਕਿਉਂਕਿ ਤੁਹਾਨੂੰ ਦੱਸਿਆ ਸੀਗਾ ਕਿ ਉਪ ਰਾਸ਼ਟਰਪਤੀ ਦੋ ਅਹੁਦਿਆਂ 'ਤੇ ਕੰਮ ਕਰਦਾ ਹੈਗਾ, ਇੱਕ ਰਾਜ ਸਭਾ ਦੇ ਸਭਾਪਤੀ ਦਾ ਅਤੇ ਇੱਕ ਉਪ ਰਾਸ਼ਟਰਪਤੀ ਦਾ, ਠੀਕ ਹੈ ਜੀ। ਤਾਂ ਇਹਦੇ ਵਿੱਚ ਜਿਹੜਾ ਉਪ ਰਾਸ਼ਟਰਪਤੀ ਨੂੰ ਹਟਾਉਣ ਦਾ ਜਿਹੜਾ ਕੰਮ ਹੈਗਾ ਉਹ ਕੇਵਲ ਰਾਜ ਸਭਾ ਦੇ ਵਿੱਚ ਹੀ ਸਭ ਤੋਂ ਪਹਿਲਾਂ ਮਤਾ ਪਾਸ ਹੁੰਦਾ ਹੈਗਾ। ਅਤੇ ਇਸ ਤੋਂ ਅੱਗੇ ਮੁੱਖ ਚੋਣ ਕਮਿਸ਼ਨਰ ਅਤੇ ਅਟਾਰਨੀ ਜਨਰਲ ਅਤੇ ਕੰਪਟਰੋਲਰ, ਆਡੀਟਰ ਜਨਰਲ, ਇਹ ਸਾਰਿਆਂ ਨੂੰ ਹਟਾਉਣ ਦਾ ਜਿਹੜੀਆਂ ਸ਼ਕਤੀਆਂ ਹੈਗੀਆਂ ਸਾਡੇ ਸੰਵਿਧਾਨ ਵਿੱਚ ਉਹ ਲੋਕ ਸਭਾ ਨੂੰ ਵੀ ਬਰਾਬਰ ਅਤੇ ਰਾਜ ਸਭਾ ਨੂੰ ਵੀ ਉਨੀਆਂ ਸ਼ਕਤੀਆਂ ਪ੍ਰਾਪਤ ਹੈ, ਠੀਕ ਹੈ ਜੀ। ਇਸ ਤੋਂ ਇਲਾਵਾ ਅਸੀਂ ਇਹ ਵੇਖਾਂਗੇ ਕਿ ਵਿਸ਼ੇਸ਼ ਸ਼ਕਤੀਆਂ ਜਿਹੜੀਆਂ ਇਕੱਲੀਆਂ ਰਾਜ ਸਭਾ ਦੇ ਕੋਲ ਜਿਹੜੀਆਂ ਸ਼ਕਤੀਆਂ ਹੈਗੀਆਂ ਉਹ ਹੈਗੀਆਂ ਜੀ ਆਪਣੀਆਂ ਵਿਸ਼ੇਸ਼ ਸ਼ਕਤੀਆਂ ਜਿਹੜੀਆਂ ਹੈਗੀਆਂ ਕਿ ਲੋਕ ਸਭਾ ਦੇ ਭੰਗ ਹੋਣ ਤੋਂ ਬਾਅਦ ਜਿਹੜੀਆਂ ਸੰਕਟਕਾਲੀਨ
ਤੇ ਜਿਹਨਾਂ ਦੇ ਉੱਪਰ ਫੈਸਲਾ ਜਿਹੜਾ ਉਹ ਰਾਜ ਸਭਾ ਦੇ ਮੈਂਬਰ ਲੈਂਦੇ ਹੈਗੇ, ਠੀਕ ਹੈ ਜੀ। ਕਿ ਜਦੋਂ ਬੇਭਰੋਸਗੀ ਦਾ ਮਤਾ ਪਾਸ ਹੋ ਜਾਂਦਾ ਹੈਗਾ ਤਾਂ ਜਿਹੜੀ ਲੋਕ ਸਭਾ ਦਾ ਭੰਗ ਹੋ ਜਾਂਦੀ ਹੈਗੀ ਹੈ। ਇਸ ਤੋਂ ਬਾਅਦ ਜਿਹੜਾ ਵੀ ਫੈਸਲਾ ਜਿਹੜਾ ਰਾਜ ਸਭਾ ਦੇ ਮੈਂਬਰ ਉੱਪਰ ਛੱਡ ਦਿੱਤਾ ਜਾਂਦਾ ਹੈਗਾ, ਠੀਕ ਹੈ ਜੀ। ਤਾਂ ਇਹ ਇਸ ਦੀਆਂ ਵਿਸ਼ੇਸ਼ ਸ਼ਕਤੀਆਂ ਹੋ ਜਾਂਦੀਆਂ, ਠੀਕ ਹੈ ਜੀ, ਸੰਕਟਕਾਲੀਨ ਸ਼ਕਤੀਆਂ, ਜਦੋਂ ਲੋਕ ਸਭਾ ਦੀ ਬਾਅਦ ਤੋਂ ਭੰਗ ਹੋਣ ਤੋਂ ਬਾਅਦ, ਠੀਕ ਹੈ ਜੀ। ਇਸ ਤੋਂ ਬਾਅਦ ਉਪ ਰਾਸ਼ਟਰਪਤੀ ਨੂੰ ਹਟਾਉਣ ਦਾ ਜਿਹੜਾ ਤੁਹਾਨੂੰ ਦੱਸਿਆ ਸੀਗਾ ਮਤਾ ਪਾਸ ਕੇਵਲ ਰਾਜ ਸਭਾ ਦੇ ਵਿੱਚ ਹੁੰਦਾ, ਠੀਕ ਹੈ ਜੀ। ਇਕੱਲਾ ਉਪ ਰਾਸ਼ਟਰਪਤੀ ਨੂੰ ਹਟਾਉਣ ਦਾ ਕੇਵਲ ਜਿਹੜਾ ਮਤਾ ਜਿਹੜਾ ਲਿਆ ਜਾਂਦਾ ਹੈਗਾ ਉਹ ਇਕੱਲੇ ਰਾਜ ਸਭਾ ਦੇ ਮੈਂਬਰ ਲੈਂਦੇ ਹੈ, ਠੀਕ ਹੈ ਜੀ। ਇਸ ਤੋਂ ਇਲਾਵਾ ਅਖਿਲ ਭਾਰਤੀ ਸੇਵਾਵਾਂ ਨੂੰ ਜਿਹੜੀਆਂ ਲਾਗੂ ਕਰਨਾ ਹੈਗਾ ਉਹ ਵੀ ਰਾਜ ਸਭਾ ਦੇ ਮੈਂਬਰ ਹੀ ਕਰਦੇ ਹੈਗੇ ਆ, ਠੀਕ ਹੈ ਜੀ। ਤੇ ਕਿਸੇ ਵੀ ਵਿਸ਼ੇ ਨੂੰ ਰਾਸ਼ਟਰੀ ਮਹੱਤਵ ਦਾ ਲਾਗੂ ਕਰਨਾ ਤੇ ਉਸ ਨੂੰ ਸੰਘ ਸੂਚੀ ਵਿੱਚ ਸ਼ਾਮਿਲ ਕਰਨਾ, ਠੀਕ ਹੈ ਜੀ, ਜਾਂ ਰਾਜ ਸੂਚੀ ਵਿੱਚ ਸ਼ਾਮਿਲ ਕਰਨਾ, ਜਾਂ ਸਮਵਰਤੀ ਸੂਚੀ ਵਿੱਚ ਸ਼ਾਮਿਲ ਕਰਨਾ, ਇਸ ਦਾ ਫੈਸਲਾ ਵੀ ਰਾਜ ਸਭਾ ਦੇ ਮੈਂਬਰ ਕਰ ਸਕਦੇ ਹੈਗੇ, ਠੀਕ ਹੈ ਜੀ। ਇਸ ਵਿੱਚ ਉਹਨਾਂ ਨੂੰ ਜ਼ਿਆਦਾ ਸ਼ਕਤੀਆਂ ਮਿਲੀਆਂ ਹੋਈਆਂ ਹੈਗੀਆਂ ਰਾਜ ਸਭਾ ਨਾਲੋਂ, ਠੀਕ ਹੈ ਜੀ, ਲੋਕ ਸਭਾ ਨਾਲੋਂ, ਠੀਕ ਹੈ ਜੀ। ਤਾਂ ਅੱਜ ਦਾ ਜਿਹੜਾ ਸਾਡਾ ਲੈਸਨ ਹੈ ਖਤਮ ਹੁੰਦਾ ਹੈਗਾ, ਠੀਕ ਹੈ ਜੀ। ਤਾਂ ਇਸ ਵਿੱਚ ਤੁਹਾਨੂੰ ਰਾਜ ਸਭਾ ਦੇ ਨਾਲ ਕੋਈ ਵੀ ਕਿਸੇ ਵੀ ਕੁਐਸਚਨ 'ਤੇ ਡਾਊਟ ਹੋਵੇ ਜਾਂ ਕਿਸੇ ਵੀ ਕੋਈ ਵੀ ਰਾਜ ਸਭਾ ਦੇ ਬਾਰੇ ਕੁਛ ਹੋਰ ਆਪਣਾ ਚਾਹੁੰਦੇ ਹੋ, ਹੋਰ ਕੋਈ ਨੌਲੇਜ ਚਾਹੁੰਦੇ ਹੋ, ਤਾਂ ਤੁਸੀਂ ਕਮੈਂਟ ਬਾਕਸ ਵਿੱਚ ਥੱਲੇ ਟਾਈਪ ਕਰ ਸਕਦੇ ਹੋ, ਠੀਕ ਹੈ ਜੀ, ਅਤੇ ਕਮੈਂਟ ਆਪਦਾ ਛੱਡ ਸਕਦੇ ਹੋ, ਠੀਕ ਹੈ ਜੀ। ਤਾਂ ਉਮੀਦ ਕਰਦਾ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੇਗੀ, ਠੀਕ ਹੈ ਜੀ। ਤਾਂ ਧੰਨਵਾਦ ਜੀ। ਤਾਂ ਅਗਲੇ ਚੈਪਟਰ ਵਿੱਚ ਅਸੀਂ ਅਗਲਾ ਚੈਪਟਰ ਅਸੀਂ ਕੱਲ੍ਹ ਨੂੰ, ਠੀਕ ਹੈ ਜੀ, ਕੱਲ੍ਹ ਨੂੰ ਸ਼ੁਰੂ ਕਰਾਂਗੇ, ਠੀਕ ਹੈ ਜੀ। ਚਲੋ ਠੀਕ ਹੈ ਜੀ, ਧੰਨਵਾਦ।